ਲੋਕ ਬੀਜੇਪੀ ਨੂੰ ਵੋਟ ਪੰਜਾਬ 'ਚ ਕਿਉਂ ਕਰਨ? पहले कांग्रेस ते हुण आम आदमी पार्टी दोनों ने खोखला करते हुए ਤੁਹਾਡੇ ਕੋਲੇ ਸਪੋਰਟਸ ਦਾ ਯੂਥ ਦਾ ਡਿਪਾਰਟਮੈਂਟ ਹੈ। ਜਿਹੜੇ ਰੈਸਲਰਸ ਨੇ ਉਹ ਜੰਤਰ ਮੰਤਰ ਪ੍ਰੋਟੈਸਟ ਕਰ ਰਹੇ ਆ, ਕਹਿੰਦੇ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ। ਜਿਹੜੇ ਤੁਸੀਂ ਖੇਡਾਂ ਦੀ ਗੱਲਾਂ ਕਰਦੇ ਹੋ 964 ਕਰੋੜ ਰੁਪਏ ਬਜਟ ਹੁੰਦਾ ਸੀ, ਅਸੀਂ 3397 ਕਰੋੜ ਰੁਪਏ ਬਜਟ ਕਰਦੇ। ਖਿਡਾਰੀਆਂ ਦਾ ਇਲਜ਼ਾਮ ਤਾਂ ਯੌਨ ਸ਼ੋਸ਼ਣ ਦਾ ਹੈ ਕਿ ਸਿਰਫ ਬੀਜੇਪੀ ਦੀ ਪਾਲਿਸੀ ਹੈ ਕਿ ਅਸੀਂ ਸਿਰਫ ਚੋਣਾਂ ਹੀ ਜਿੱਤਣੀਆਂ ਨੇ, ਬਾਕੀ ਕੋਈ ਕੰਮ ਨਹੀਂ ਕਰਨਾ। ਜੇ ਅਸੀਂ ਕੰਮ ਕੀਤਾ ਹੈ ਤਾਂ ਹੀ ਚੋਣਾਂ ਜਿੱਤੇ। ਬੀਜੇਪੀ ਨੇ ਪੰਜਾਬ ਦੇ ਅੰਦਰ ਇੰਨੀ ਟੌਪ ਲੀਡਰਸ਼ਿਪ ਅਨੁਰਾਗ ਠਾਕੁਰ ਵਰਗੇ ਵੱਡੇ ਲੀਡਰ, ਧਰਮਿੰਦਰ ਲੀਡਰ ਕਿਉਂ ਲਾਏ? ਕੀ ਲੱਗ ਰਿਹਾ ਪੰਜਾਬ 'ਚ ਕੋਈ ਉਮੀਦ ਲੱਗ ਰਹੀ ਹੈ ਬੀਜੇਪੀ ਨੂੰ? ਜਿਹੜਾ ਕਾਂਗਰਸ 'ਚ ਹੁੰਦਾ ਸੀ ਉਹਦੇ ਲਈ ਪਰਿਵਾਰ ਪਹਿਲੇ, ਪਾਰਟੀ ਬਾਅਦ 'ਚੋਂ, ਦੇਸ਼ ਅੰਤ 'ਚ। ਭਾਰਤੀ ਜਨਤਾ ਪਾਰਟੀ 'ਚ ਦੇਸ਼ ਪਹਿਲੇ, ਫਿਰ ਪਾਰਟੀ। ਕਹਿੰਦੇ ਸੀ ਕਾਂਗਰਸ ਮੁਕਤ ਭਾਰਤ, ਸਥਿਤੀ ਇਹ ਜਾਪਦੀ ਹੈ ਕਿ ਕਾਂਗਰਸ ਯੁਕਤ ਬੀਜੇਪੀ ਬਣਦੀ ਜਾ ਰਹੀ ਹੈ। ਤੇ ਉਹ ਕਿਹੜਾ ਬ੍ਰਾਂਡ ਹੈ ਕਿ ਜਿਹਦੇ ਵਿੱਚ ਬਾਹਰਲਾ ਕਰਪਟ ਉੱਥੇ ਆ ਕੇ ਸਾਰਾ ਇਹ ਜਿਹੜੀ ਵਿਚਾਰਧਾਰਾ ਹੈ, ਅਸੀਂ ਲੋਕਾਂ ਨੂੰ ਅਕਾਊਂਟੇਬਲ ਕਰਦੇ ਹਾਂ, ਜਵਾਬਦੇਹ ਕਰਦੇ ਹਾਂ। ਔਰ ਜੇਕਰ ਜਲੰਧਰ ਦੇ ਲੋਕ ਬੀਜੇਪੀ ਦੇ ਉੱਤੇ ਵਿਸ਼ਵਾਸ ਜਤਾ ਦਿੰਦੇ ਆ, ਕੀ ਬੀਜੇਪੀ ਦੀ ਕੇਂਦਰ ਦੀ ਸਰਕਾਰ ਜਲੰਧਰ ਦੇ ਵਿੱਚੋਂ ਕੋਈ ਮੰਤਰੀ ਲੈ ਕੇ ਜਾਏਗੀ? 40,000 ਕਰੋੜ ਰੁਪਏ ਦੇ ਲਗਭਗ ਮੋਦੀ ਜੀ ਨੇ ਪੰਜਾਬ ਲਈ ਦੇਣ ਲਈ, ਪਰ ਪੰਜਾਬ ਦੀ ਸਰਕਾਰ ਨੇ ਕੀ ਕੀਤਾ? ਛੋਟਾ ਮਨ ਦਿਖਾ ਕੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਤੇ ਸਵਾਲ ਖੜੇ ਕਰਤੇ। ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਕੀ ਕਮਿਟਮੈਂਟ ਰਹੇਗੀ? ਪੰਜਾਬ ਬਹੁਤ ਲੰਬੇ ਸਾਲਾਂ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਿਹਾ ਹੈ, ਜਿਸ ਤਰੀਕੇ ਨਾਲ ਗੁਆਂਢੀ ਰਾਜਾਂ ਨੂੰ ਦਿੱਤੇ ਗਏ, ਖਾਸ ਕਰਕੇ ਪਹਾੜੀ ਰਾਜਾਂ ਨੂੰ ਦਿੱਤੇ ਗਏ, ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ। ਭਾਰਤੀ ਜਨਤਾ ਪਾਰਟੀ ਨੂੰ ਇਹਦੇ ਲਈ ਵੋਟ ਦਿਓ ਕਿਉਂਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜੇ ਗੱਲ ਕਿਸੇ ਨੇ ਕੀਤੀ ਤਾਂ ਭਾਰਤੀ ਜਨਤਾ ਪਾਰਟੀ ਨੇ, ਨਰਿੰਦਰ ਮੋਦੀ ਜੀ ਨੇ ਕੀਤੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਮੈਂ ਨਵਜੋਤ ਸਿੰਘ ਢਾਲੀਵਾਲ। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਪਾਰਟੀਆਂ ਪੱਬਾਂ ਭਾਰ ਨੇ, ਜ਼ੋਰ ਅਜਮਾਇਸ਼ ਕਾਫੀ ਹੋ ਰਹੀ ਹੈ। ਸ਼ਾਇਦ ਇਸ ਕਰਕੇ ਕਿ ਇਸ ਤੋਂ ਬਾਅਦ ਮੁਲਕ ਦੀਆਂ ਆਮ ਲੋਕ ਸਭਾ ਚੋਣਾਂ ਆਉਣੀਆਂ ਨੇ ਤੇ ਇਸੇ ਕਰਕੇ ਇਹ ਚੋਣ ਕਿਤੇ ਨਾ ਕਿਤੇ ਉਸ ਚੋਣ ਦੇ ਉੱਤੇ ਆਪਣਾ ਅਸਰ ਛੱਡ ਸਕਦੀ ਹੈ, ਪ੍ਰਭਾਵ ਛੱਡ ਸਕਦੀ ਹੈ, ਉਸ ਤੇ ਰਿਫਲੈਕਟ ਕਰ ਸਕਦੀ ਹੈ। ਇਸੇ ਕਰਕੇ ਹਰ ਪਾਰਟੀ ਦੀ ਟੌਪ ਲੀਡਰਸ਼ਿਪ ਜਲੰਧਰ 'ਚ ਬਣੀ ਹੋਈ ਹੈ। ਔਰ ਇਸ ਖਾਸ ਇੰਟਰਵਿਊ 'ਚ ਗੱਲ ਇਸ ਲਈ ਅਸੀਂ ਖਾਸ ਸ਼ਖਸੀਅਤ ਨਾਲ ਕਰ ਰਹੇ ਹਾਂ, ਕੈਪਟਨ ਅਨੁਰਾਗ ਠਾਕੁਰ, ਜਿਹੜੇ ਕਿ ਮਿਨਿਸਟਰ ਯੂਥ ਸਪੋਰਟਸ ਤੇ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਦੇ ਮਿਨਿਸਟਰ ਨੇ ਔਰ ਇਸ ਵੇਲੇ ਸਾਡੇ ਨਾਲ ਨੇ। ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਵਾਗਤ। ਮੇਰੇ ਖਿਆਲ ਨਾਲ ਗੱਲਬਾਤ ਪੰਜਾਬੀ 'ਚ ਅਸੀਂ ਕਰ ਸਕਦੇ ਹਾਂ ਕਿਉਂਕਿ ਤੁਸੀਂ ਜਲੰਧਰ ਤੋਂ ਹੀ ਪੜ੍ਹੇ ਹੋ, ਜਲੰਧਰ ਦੇ ਵਿੱਚ ਲੰਮਾ ਸਮਾਂ ਰਹੇ ਹੋ। ਜੇ ਤੁਹਾਨੂੰ ਪੰਜਾਬੀ ਸੂਟ ਕਰਦਾ, ਪੰਜਾਬੀ 'ਚ ਕਰਦੇ ਹਾਂ ਜੀ। ਬਿਲਕੁਲ ਠੀਕ ਹੈ। ਠਾਕੁਰ ਸਾਹਿਬ, ਮੇਰਾ ਸਿੱਧਾ ਤੇ ਸਪਸ਼ਟ ਇੱਕੋ ਸਵਾਲ ਹੈ, ਲੋਕ ਬੀਜੇਪੀ ਨੂੰ ਵੋਟ ਪੰਜਾਬ 'ਚ ਕਿਉਂ ਕਰਨ? ਕਾਂਗਰਸ ਵੇਖੀ, 5 ਸਾਲ ਕਾਂਗਰਸ ਦਾ ਭ੍ਰਸ਼ਟਾਚਾਰ ਵੇਖਿਆ, ਲੋਕਾਂ ਨੇ ਤੰਗ ਆ ਕੇ ਨਸ਼ਾ ਮੁਕਤ ਪੰਜਾਬ ਕਰਨ ਲਈ, ਭ੍ਰਸ਼ਟਾਚਾਰ ਮੁਕਤ ਪੰਜਾਬ ਕਰਨ ਲਈ ਆਮ ਆਦਮੀ ਪਾਰਟੀ ਨੂੰ ਵੋਟ ਦਿੱਤਾ। ਪਰ 1 ਸਾਲਾਂ ਦੇ ਵਿੱਚ ਹੀ ਇੱਥੇ ਦੇ ਲੋਕੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਨਸ਼ਾ ਬੰਦ ਤਾਂ ਕੀ ਕਰਨਾ ਸੀ, ਹੁਣ ਤਾਂ ਨਸ਼ੇ ਦਾ ਵਪਾਰ ਹੋਰ ਵੱਧ ਗਿਆ ਹੈ, ਕਾਰਵਾਈ ਨਹੀਂ ਹੁੰਦੀ। ਇੱਥੇ ਮਾਫੀਆ ਘਟਨਾ ਤਾਂ ਸੀ, ਮਾਫੀਆ ਦਾ ਕੰਮ ਵੱਧ ਗਿਆ ਹੈ। ਇੱਥੇ ਲਗਾਤਾਰ ਜੇਲ੍ਹਾਂ 'ਚ ਬੈਠੇ ਗੈਂਗਸਟਰ ਜਾਂ ਬਾਹਰ ਵੀ ਗਾਇਕ ਹੋਣ, ਖਿਲਾੜੀ ਹੋਣ, ਵਪਾਰੀ ਹੋਵੇ, ਉਹਨਾਂ ਤੋਂ ਫਿਰੌਤੀ ਮੰਗਦੇ ਨੇ, ਉਹਨਾਂ ਦੀ ਹੱਤਿਆਵਾਂ ਕਰਦੇ ਨੇ। ਇੱਥੇ ਮਾਹੌਲ ਜਿਹੜਾ ਪੰਜਾਬ ਦਾ ਇੱਕ ਸ਼ਾਂਤੀ ਭਰਿਆ ਸੀ, ਉਹ ਵੀ ਖਰਾਬ ਹੋਣ ਦਾ ਕੰਮ ਪਿਛਲੇ ਕੁਝ ਮਹੀਨਿਆਂ 'ਚ ਹੋਇਆ। ਸਾਰਿਆਂ ਨੇ ਆਪਣੇ ਆਪ ਟੀਵੀ ਦੇ ਉੱਪਰ ਵੀ ਵੇਖਿਆ। ਇਹੋ ਜਿਹਾ ਲੱਗਦਾ ਸਰਕਾਰ ਨਾਮ ਦੀ ਕੋਈ ਚੀਜ਼ ਪੰਜਾਬ 'ਚ ਹੈ ਹੀ ਨਹੀਂ। ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਕਿ ਅਸੀਂ ਭ੍ਰਸ਼ਟਾਚਾਰ ਮੁਕਤ ਸ਼ਾਸਨ ਦੇਵਾਂਗੇ, ਅੱਜ ਮੈਂ ਜਲੰਧਰ 'ਚ ਖੜਾ ਇਹ ਕਹਿ ਸਕਦਾ ਹੈ ਕਿ ਹੈਲਥ ਮਿਨਿਸਟਰ 2 ਮਹੀਨੇ 'ਚ ਅਸਤੀਫਾ ਹੋਇਆ ਭ੍ਰਸ਼ਟਾਚਾਰ ਦੇ ਕਰਕੇ। ਫੂਡ ਐਂਡ ਸਿਵਲ ਸਪਲਾਈ ਖਾਦ ਪੂਰਤ ਮੰਤਰੀ ਦਾ ਅਸਤੀਫਾ ਹੋਇਆ ਭ੍ਰਸ਼ਟਾਚਾਰ ਦੇ ਕਰਕੇ। ਤੀਜੇ ਇਹਨਾਂ ਦੇ ਮੰਤਰੀ ਦਾ ਵੀਡੀਓ ਆਇਆ ਫਟੇ ਚੱਕ, ਉਹ ਦੇਖ ਕੇ ਸ਼ਰਮ ਆਉਂਦੀ ਲੋਕਾਂ ਨੂੰ, ਜਿਹਦੀ ਚਰਚਾ ਇੰਨੀ ਹੋ ਗਈ ਹੈ। ਇਹਨਾਂ ਨੇ ਅਸਤੀਫਾ ਉਹਦਾ ਨਹੀਂ ਲਿੱਤਾ। ਇਹਨਾਂ ਦੇ 2 ਵਿਧਾਇਕ ਨੇ, ਇਹਨਾਂ ਦੋਨਾਂ ਵਿਧਾਇਕਾਂ ਦੇ ਭ੍ਰਸ਼ਟਾਚਾਰ ਕਰਦੇ ਪਕੜੇ ਗਏ। ਬਾਕੀ ਕਈ ਵਿਧਾਇਕਾਂ ਦੇ ਭ੍ਰਸ਼ਟਾਚਾਰ ਦਾ, ਸੱਟੇ ਦਾ ਆਰੋਪ ਹੈ, ਕਬਜ਼ਿਆਂ ਦਾ ਆਰੋਪ ਹੈ, ਕਈਆਂ ਦੇ ਰਿਸ਼ਤੇਦਾਰਾਂ ਦੇ ਸਕੂਲਾਂ ਜਾ ਕੇ ਚੋਰੀ ਕਰਨ ਦਾ ਆਰੋਪ ਹੈ। ਹੁਣ ਇਹੋ ਜਿਹੀ ਗੱਲਾਂ ਜੇ ਸਾਫ਼ ਨਜ਼ਰ ਆਉਂਦੀਆਂ ਨੇ ਤਾਂ ਇਹ ਆਮ ਆਦਮੀ ਪਾਰਟੀ ਵਾਲੇ ਕੀ ਮੂੰਹ ਲੈ ਕੇ ਜਾਣਗੇ? ਤੇ ਦੂਜਾ ਜਿਹੜੇ ਵਾਅਦੇ ਕੀਤੇ ਸੀ ਉਹ ਤਾਂ ਮੁੱਕਰ ਗਏ।
ਭੈਣਾਂ ਇਕੱਠੀਆਂ ਹੋ ਕੇ ਕਹਿੰਦੀਆਂ 14 ਮਹੀਨੇ ਹੋ ਗਏ ਜੀ, ਇਹ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਪੈਸੇ ਨਹੀਂ ਪਾਏ ਖਾਤਿਆਂ 'ਚ। ਯਾਨੀ ਕਿ 14 ਮਹੀਨੇ 14,000 ਰੁਪਈਆ ਇਕੱਠਾ ਹੋ ਜਾਣਾ ਚਾਹੀਦਾ ਸੀ, 1000 ਰੁਪਇਆ ਮਹੀਨੇ ਦਾ, ਉਹ ਨਹੀਂ ਆਇਆ ਖਾਤੇ 'ਚ। ਇਹ ਕਿਹੋ ਚੱਲੇਗਾ? ਲੋਕੀ ਕਹਿੰਦੇ ਸਾਡਾ ਸ਼ਹਿਰ ਸੋਹਣਾ ਸੁੰਦਰ ਹੋਵੇ, ਜਲੰਧਰ ਦੀ ਸੜਕਾਂ ਟੁੱਟ ਫੁੱਟ ਗਈਆਂ, ਕੂੜਾ ਪਿਆ ਸਾਰੇ ਪਾਸੇ। ਔਰ ਤੁਸੀਂ ਜਾਓ ਪੀਏਪੀ ਦੇ ਗੇਟ ਦੇ ਬਾਹਰ ਢੇਰ ਲੱਗੇ ਫਲਾਈਓਵਰ ਦੇ ਵਿੱਚ, ਗੰਦ ਇਕੱਠਾ ਕੀਤਾ ਹੈ। ਕਿਉਂ? ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਜੀ। ਵਾਅਦੇ ਕਰਦੇ ਗਏ। ਜਿਹੜਾ ਸਮਾਰਟ ਸਿਟੀ ਦਾ ਪੈਸਾ ਆਇਆ ਸੀ, ਮੋਦੀ ਸਰਕਾਰ ਨੇ ਭੇਜਿਆ 950 ਕਰੋੜ ਰੁਪਇਆ, ਉਹ ਪੂਰੇ ਜਲੰਧਰ 'ਚ ਲੱਗਣਾ ਸੀ, ਸੜਕਾਂ ਐਨ ਚਕਾਚਕ ਹੋਣੀਆਂ ਸੀ। ਉਹ ਪੈਸਾ ਕਿੱਥੇ ਗਿਆ? ਪਹਿਲੇ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ, ਦੋਨੋਂ ਨੇ ਖੋਖਲਾ ਕਰਤਾ ਜੀ, ਪੈਸੇ ਦਾ ਪਤਾ ਹੀ ਨਹੀਂ ਲੱਗਾ ਕਿੱਥੇ ਗਿਆ। ਇਹ ਤਾਂ ਗੱਲਾਂ ਉਹ ਹੋ ਗਈਆਂ ਕਿ ਜਿਹੜੀ ਆਮ ਤੌਰ ਦੇ ਉੱਤੇ ਪੋਲਿਟਿਕਸ ਦੇ ਵਿੱਚ ਇਲਜ਼ਾਮਾਤ ਲੱਗਦੇ ਆ। ਮੈਂ ਸਵਾਲ ਇਹ ਕੀਤਾ ਸੀਗਾ ਕਿ ਬੀਜੇਪੀ ਨੂੰ ਲੋਕ ਵੋਟ ਕਿਉਂ ਕਰਨ, ਕਿਉਂਕਿ ਤੁਹਾਡੇ ਕੋਲੇ ਸਪੋਰਟਸ ਦਾ, ਯੂਥ ਦਾ ਡਿਪਾਰਟਮੈਂਟ ਹੈ। ਜਿਹੜੇ ਰੈਸਲਰਸ ਨੇ ਉਹ ਜੰਤਰ ਮੰਤਰ ਪ੍ਰੋਟੈਸਟ ਕਰ ਰਹੇ ਆ, ਕਹਿੰਦੇ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ, ਅਸੀਂ ਦੇਸ਼ ਦਾ ਮਾਣ ਬਣੇ, ਅਸੀਂ ਆਪਣੇ ਸਨਮਾਨ ਦੇ ਲਈ ਸੜਕਾਂ ਤੇ ਆ। ਦੂਸਰੀ ਗੱਲ, ਪੰਜਾਬ ਦਾ ਪੈਸਾ ਰੋਕਿਆ ਗਿਆ, ਆਰਡੀਐਫ ਨੂੰ ਜ਼ੀਰੋ ਕਰ ਦਿੱਤਾ ਗਿਆ, ਮੰਡੀ ਰੇਟ ਸੀਗਾ ਉਹ ਘਟਾ ਦਿੱਤਾ ਗਿਆ। ਕਿ ਕੇਂਦਰ ਦਾ ਕੰਮ ਸੀਗਾ ਵੱਡਾ ਦਿਲ ਦਿਖਾ ਕੇ ਪੰਜਾਬ ਦੇ ਲਈ ਵੱਡਾ ਕੋਈ ਖਜ਼ਾਨੇ ਦਾ ਮੂੰਹ ਖੋਲ੍ਹਣਾ, ਪਰ ਹੱਥ ਘੁੱਟ ਲਿਆ ਗਿਆ। ਮੈਂ ਦੋ ਗੱਲਾਂ ਬੜੀ ਸਪਸ਼ਟ ਕਹਾਂ। ਭਾਰਤੀ ਜਨਤਾ ਪਾਰਟੀ ਨੂੰ ਇਹਦੇ ਲਈ ਵੋਟ ਦਿਓ ਕਿਉਂਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜੇ ਗੱਲ ਕਿਸੇ ਨੇ ਕੀਤੀ ਹੈ ਤਾਂ ਭਾਰਤੀ ਜਨਤਾ ਪਾਰਟੀ ਨੇ, ਨਰਿੰਦਰ ਮੋਦੀ ਜੀ ਨੇ ਕੀਤੀ ਹੈ। ਕਰਤਾਰਪੁਰ ਕੋਰੀਡੋਰ ਬਣਾਉਣ ਦਾ ਕੰਮ ਕੀਤਾ, ਮੋਦੀ ਸਰਕਾਰ ਨੇ ਲਾਂਘਾ ਖੋਲ੍ਹਣ ਦਾ ਕੰਮ ਕੀਤਾ। ਹੇਮਕੁੰਟ ਸਾਹਿਬ ਰੋਪਵੇ ਬਣਾਉਣ ਦਾ ਕੰਮ ਕੀਤਾ, ਮੋਦੀ ਸਾਹਿਬ ਨੇ ਕੀਤਾ। ਇਹੀ ਨਹੀਂ, ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ੋਤਸਵ ਹੋਵੇ, ਗੁਰੂ ਤੇਗ ਬਹਾਦਰ ਜੀ ਦਾ 400ਵਾਂ ਹੋਵੇ, ਪੂਰੇ ਦੇਸ਼ ਧੂਮਧਾਮ ਭਾਰਤੀ ਜਨਤਾ ਪਾਰਟੀ ਨੇ ਮਨਾਇਆ, ਕਿਸੇ ਹੋਰ ਨੇ ਨਹੀਂ। ਸਾਡੇ ਗੁਰੂਆਂ ਦੇ ਸਾਹਿਬਜ਼ਾਦੇ ਦਾ ਸ਼ਹਾਦਤ 26 ਦਸੰਬਰ ਨੂੰ ਵੀਰ ਬਾਲ ਦਿਵਸ ਪੂਰੇ ਦੇਸ਼ ਮਨਾਉਣ ਦਾ ਕੰਮ ਕੀਤਾ, ਅਸੀਂ ਘੋਸ਼ਣਾ ਕੀਤੀ ਤੇ ਮਨਾਇਆ ਵੀ। ਇਹੀ ਨਹੀਂ, ਸਿੱਖ ਪਰਿਵਾਰ ਜਿਹੜੇ ਅਫਗਾਨਿਸਤਾਨ 'ਚ ਫਸ ਗਏ ਸੀ, ਗੁਰਦੁਆਰਿਆਂ 'ਤੇ ਹਮਲੇ ਤਾਲਿਬਾਨ ਦੇ ਹੋਣ ਦੇ ਹਾਲਾਤ ਸੀ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਤੇ ਸਾਰੇ ਸਿੱਖ ਪਰਿਵਾਰਾਂ ਨੂੰ ਵੀ ਸਪੈਸ਼ਲ ਫਲਾਈਟਾਂ ਕਈ ਭੇਜ ਕੇ ਇੱਥੇ ਹਿੰਦੁਸਤਾਨ ਵਾਪਸ ਲੈ ਕੇ ਆਏ। ਇਹ ਸਾਡਾ ਹੱਕ ਬਣਦਾ ਹੈ ਕਿ ਅਸੀਂ ਲੋਕਾਂ 'ਚ ਇਮਾਨਦਾਰੀ ਨਾਲ ਕੰਮ ਕੀਤਾ ਤਾਂ ਵੋਟ ਮੰਗਣ ਲਈ ਜਾ ਰਹੇ ਨੇ। ਭੀਮ ਰਾਵ ਅੰਬੇਦਕਰ ਜੀ ਦੇ 5 ਸਥਾਨਾਂ ਤੇ 5 ਤੀਰਥ ਬਣਾ ਕੇ ਦਿੱਤਾ, ਨਾਗਪੁਰ, ਮਊ, ਮੁੰਬਈ, ਦਿੱਲੀ ਤੇ ਲੰਡਨ। ਇਹ ਪੋਸੀਬਲ ਨਹੀਂ ਸੀ, ਉਹ ਵੀ ਪੋਸੀਬਲ ਕੀਤਾ, ਭਾਰਤ ਰਤਨ ਦਿੱਤਾ। ਅੰਬੇਦਕਰ ਜਯੰਤੀ ਲਈ 14 ਅਪ੍ਰੈਲ ਨੂੰ ਅਸੀਂ ਛੁੱਟੀ ਦੇਣ ਦਾ ਕੰਮ ਕੀਤਾ, 26 ਨਵੰਬਰ ਨੂੰ ਅਸੀਂ ਸੰਵਿਧਾਨ ਦਿਵਸ ਮਨਾਉਣ ਦਾ ਕੰਮ ਕੀਤਾ। ਇਹ ਸਾਰੇ ਕੀਤੇ ਨੇ। ਜਿਹੜੇ ਤੁਸੀਂ ਖੇਡਾਂ ਦੀ ਗੱਲਾਂ ਕਰਦੇ ਹੋ, 964 ਕਰੋੜ ਰੁਪਇਆ ਬਜਟ ਹੁੰਦਾ ਸੀ, ਅਸੀਂ 3397 ਕਰੋੜ ਰੁਪਇਆ ਬਜਟ ਕਰਤਾ। ਖੇਲੋ ਇੰਡੀਆ ਅਭਿਆਨ ਅਲੱਗ ਸ਼ੁਰੂ ਕੀਤਾ, ਖੇਲੋ ਇੰਡੀਆ ਗੇਮਸ, ਯੂਨੀਵਰਸਿਟੀ ਗੇਮਸ, ਯੂਥ ਗੇਮਸ ਤੇ ਵਿੰਟਰ ਗੇਮਸ ਕੀਤੀ। 15,000 ਖਿਡਾਰੀ ਇਹਦੇ 'ਚ ਲੱਗ ਖੇਲਦੇ ਨੇ। ਟੌਪਸ ਵਰਗੀ ਸਕੀਮ ਲਿਆ ਕੇ ਖਿਡਾਰੀ ਦੇ ਰਹਿਣ ਦਾ, ਖਾਣ ਪੀਣ ਦਾ, ਭੋਜਨ ਦਾ ਸਾਰਾ ਇੰਤਜ਼ਾਮ ਦੇਸ਼ ਵਿਦੇਸ਼ ਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਹਿੰਦੀ ਹੈ। ਤੇ 6 ਲੱਖ ਰੁਪਇਆ ਐਲੀਟ ਐਥਲੀਟ ਨੂੰ ਜੇਬ ਖਰਚ ਲੱਗ ਦਿੰਦੀ ਹੈ, ਯਾਨੀ ਕਿ 50,000 ਰੁਪਇਆ ਮਹੀਨਾ ਕੇਵਲ ਜੇਬ ਖਰਚ ਹੈ। ਤੇ ਡਿਵੈਲਪਮੈਂਟ ਐਥਲੀਟ ਲਈ 30,000 ਰੁਪਇਆ ਮਹੀਨਾ ਜੇਬ ਖਰਚ, 25,000 ਰੁਪਇਆ ਮਹੀਨਾ ਜੇਬ ਖਰਚ ਹੈ। ਤੇ ਜਿਹੜੇ ਉਸ ਤੋਂ ਥੱਲੇ ਨੇ ਅਕੈਡਮੀ 'ਚ, ਉਹਨਾਂ ਦਾ ਪੂਰਾ ਰਹਿਣ ਸਹਿਣ ਖਾਣ ਪੀਣ ਦਾ ਖਰਚਾ ਵੀ ਦੇਵਾਂਗੇ। ਤੇ 6,20,000 ਰੁਪਇਆ ਸਾਲ ਦਾ ਖਰਚਾ ਆਉਂਦਾ, 1,20,000 ਰੁਪਇਆ ਉਹਨੂੰ ਸਾਲ ਦਾ ਜੇਬ ਖਰਚ ਅਲੱਗ ਦੇਵਾਂਗੇ। ਤੁਸੀਂ ਦੇਖੋ 1000 ਖੇਲੋ ਇੰਡੀਆ ਸੈਂਟਰ। ਮਾਜ਼ਰਤ ਚਾਹੁੰਦਾ ਤੁਹਾਨੂੰ ਰੋਕ ਰਿਹਾ, ਇਹ ਗੱਲ ਤੁਹਾਡੀ ਚੰਗੀ ਹੈ ਕਿ ਤੁਸੀਂ ਖੇਡਾਂ ਦੇ ਪ੍ਰਤੀ ਇੰਨਾ ਕਰ ਰਹੇ ਹੋ, ਤੁਸੀਂ ਆਪ ਸਪੋਰਟਸ ਬੈਕਗ੍ਰਾਉਂਡ ਤੋਂ ਆਉਂਦੇ, ਸ਼ਾਇਦ ਤੁਸੀਂ ਇਸ ਦਿਸ਼ਾ ਦੇ ਵਿੱਚ ਸੋਚ ਰਹੇ ਹੋਵੋਗੇ, ਪਰ ਖਿਡਾਰੀਆਂ ਦਾ ਇਲਜ਼ਾਮ ਤਾਂ ਯੌਨ ਸ਼ੋਸ਼ਣ ਦਾ ਹੈ ਕਿ ਜਿਹੜਾ ਸਾਡਾ ਜਿਸ ਤਰੀਕੇ ਦਾ ਵੀ ਸ਼ੋਸ਼ਣ ਕੀਤਾ ਜਾਂਦਾ, ਕਿਰਪਾ ਕਰਕੇ ਇਹਨੂੰ ਬੰਦ ਕਰੋ, ਬਾਕੀ ਤਾਂ ਸਭ ਕੁਝ ਠੀਕ ਹੈ। ਦੇਖੋ, ਮੈਂ ਤਾਂ ਹੀ ਤੁਹਾਨੂੰ ਸਾਰੀ ਗੱਲ ਵਿਸਥਾਰ ਦੱਸਿਆ ਕਿ ਮੋਦੀ ਸਰਕਾਰ ਨੇ ਜੋ ਕੀਤਾ ਹੈ ਉਹਦੇ ਕਰਕੇ ਮੈਡਲ ਆਏ ਨੇ। ਓਲੰਪਿਕਸ 7 ਮੈਡਲ, ਪੈਰਾਲੰਪਿਕਸ 19 ਮੈਡਲ, ਡੈਫ ਓਲੰਪਿਕਸ 20 ਮੈਡਲ। ਪਹਿਲੀ ਵਾਰੀ 4 ਬੇਟੀਆਂ ਹਿੰਦੁਸਤਾਨ ਦੀਆਂ ਵਰਲਡ ਚੈਂਪੀਅਨ ਬਣੀਆਂ ਬਾਕਸਿੰਗ 'ਚ, ਨਿਖਿਲ ਜ਼ਰੀਨ, ਸਵੀਟੀ, ਲਵਲੀਨਾ ਤੇ ਨੀਤੂ। ਕਿਉਂ? ਕਿਉਂਕਿ ਸੁਵਿਧਾਵਾਂ ਦੇ ਰਹੇ ਨੇ ਖਿਡਾਰੀ। ਕਹਿੰਦੇ ਅੱਜ ਤੱਕ ਕਿਸੇ ਨੇ ਇਹੋ ਜਿਹਾ ਨਹੀਂ ਕੀਤਾ ਜੋ ਮੋਦੀ ਸਰਕਾਰ ਨੇ ਕੀਤਾ ਹੈ। ਹੁਣ ਜਿਹੜੇ ਆਰੋਪ ਲੱਗੇ ਨੇ ਉਹਦੇ ਦੇਖੋ, ਉਹਨਾਂ ਨੇ ਕਿਹਾ ਨਿਸ਼ਪਕਸ਼ ਚੁਣਾਵ ਹੋਣ, ਕਰਵਾ ਰਹੇ ਹੈ। ਉਹਨਾਂ ਨੇ ਕਿਹਾ ਜੀ ਜਿਹੜੀ ਹੈ ਸਿਲੈਕਸ਼ਨ ਹੈ ਇਹਦੇ ਲਈ ਕਮੇਟੀ, ਅਸੀਂ ਕਮੇਟੀ ਨਵੀਂ ਬਣਾਤੀ, ਸਿਲੈਕਸ਼ਨ ਤੋਂ ਲੈ ਕੇ ਟੂਰਨਾਮੈਂਟ ਕਰਾਉਣ ਤੱਕ, ਇੱਥੇ ਤੱਕ ਕਿ ਚੁਣਾਵ ਕਰਾਉਣ ਲਈ ਵੀ ਰਿਟਾਇਰਡ ਜੱਜ ਦੀ ਅਧਿਕਸ਼ਤਾ ਚੁਣਾਵ ਹੋਣ ਜਾ ਰਹੇ ਹੈ। ਫਿਰ ਉਹਨਾਂ ਨੇ ਯੌਨ ਸ਼ੋਸ਼ਣ ਦੇ ਕਿਹਾ, ਦਿੱਲੀ ਪੁਲਿਸ ਨੇ FIR ਦਰਜ ਕਰਕੇ ਜਾਂਚ ਸ਼ੁਰੂ ਕਰਤੀ ਹੈ। ਇਹਨਾਂ ਦੇ ਬਿਆਨ ਸਾਰੇ ਅੱਜਕੱਲ੍ਹ ਦਰਜ ਹੋ ਰਹੇ ਨੇ। ਆਖਿਰਕਾਰ ਪ੍ਰਕਿਰਿਆ ਪੂਰੀ ਹੋ ਕੇ ਤਾਂ ਹੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਤੇ ਕਾਰਵਾਈ ਹੋਏਗੀ।
ਬਿਆਨ ਦਰਜ ਕਰਾ ਰਹੇ ਨੇ, ਸਾਰੇ ਆਪਣੇ ਬਿਆਨ ਦਰਜ ਕਰਾਉਣ। ਮੈਂ ਇਸ ਮਸਲੇ ਤੇ ਆਖਰੀ ਸਵਾਲ ਪੁੱਛਦਾ ਹੋਇਆ ਅੱਗੇ ਵਧਾਂਗਾ, ਮੁੜ ਤੋਂ ਜਲੰਧਰ ਜ਼ਿਮਨੀ ਚੋਣ ਤੇ ਆਉਂਗਾ ਕਿ ਕੁਝ ਪੁਲਿਸ ਵਾਲੇ ਉੱਥੇ ਰਾਤ ਨੂੰ ਸ਼ਰਾਬ ਪੀ ਕੇ ਆਏ, ਸ਼ਰਾਬ ਪੀ ਕੇ ਬੰਦਾ ਆਪਣੇ ਵੱਸ ਤੋਂ ਜਿਵੇਂ ਬਾਹਰ ਹੋ ਜਾਂਦਾ ਉਵੇਂ ਉਹਨਾਂ ਨੇ ਹੁੜਦੰਗ ਕੀਤਾ। ਕੀ ਉਸ ਪੁਲਿਸ ਵਾਲਿਆਂ ਦੇ ਉੱਤੇ ਕਾਰਵਾਈ ਹੋਏਗੀ? ਮੈਂ ਦੋ ਗੱਲਾਂ ਬੜੀ ਸਪਸ਼ਟ ਕਰਾਂ। 144 ਦੀ ਧਾਰਾ ਲੱਗੀ ਹੈ, ਜੰਤਰ ਮੰਤਰ ਕੋਈ ਵੀ ਆਪਣਾ ਸਥਾਈ ਉੱਥੇ ਕੰਮ ਨਹੀਂ ਕਰ ਸਕਦਾ। ਉੱਥੇ ਮੰਜੇ ਲਿਆਉਣ ਵਾਲਾ ਕੰਮ, ਬਿਸਤਰ ਲਿਆਉਣ ਵਾਲਾ ਕੰਮ ਆਮ ਆਦਮੀ ਪਾਰਟੀ ਦੇ ਸੋਮਨਾਥ ਭਾਰਤੀ ਨੇ ਕੀਤਾ, ਜਿਹੜਾ ਇਲੀਗਲ ਸੀ। ਜਾਣਬੁੱਝ ਕੇ ਜਦੋਂ ਕੋਈ ਰਾਜਨੀਤਿਕ ਅਖਾੜਾ ਬਣਾਉਣ ਦੀ ਗੱਲ ਨਹੀਂ ਕਰਦੇ ਸੀ, ਉੱਥੇ ਰਾਜਨੀਤਿਕ ਮੰਚ ਬਣਾਉਣ ਦਾ ਕੰਮ ਕੀਤਾ ਗਿਆ। ਇਹੀ ਨਹੀਂ, ਤੁਸੀਂ ਵੀਡੀਓ ਆਪੇ ਦੇਖਿਓ ਨੇ, ਵੀਡੀਓ ਵੀ ਆਪੇ ਬਹੁਤ ਕੁਝ ਕਹਿੰਦੇ ਨੇ ਕਿ ਦੋਨੋਂ ਪਾਸਿਓਂ ਗਲਤੀਆਂ ਹੋਈਆਂ ਤੇ ਜਿਨ੍ਹਾਂ ਨੇ ਵੀ ਗਲਤੀ ਕੀਤੀ ਉਹਦੇ ਖਿਲਾਫ ਕਾਰਵਾਈ ਕਰੇਗੀ। ਪੁਲਿਸ ਕਿਉਂ ਪਿੱਛੇ ਹਟੇਗੀ? ਜੇ ਕਿਸੇ ਪੁਲਿਸ ਵਾਲੇ ਨੇ ਗਲਤੀ ਕੀਤੀ ਹੈ, ਡਿਪਾਰਟਮੈਂਟ ਨੂੰ ਉਹਦੇ ਉੱਪਰ ਕਾਰਵਾਈ ਕਰਨੀ ਹੀ ਚਾਹੀਦੀ ਹੈ, ਇਹਦੇ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈ। ਲੇਕਿਨ ਜੇ ਕਿਸੇ ਨੂੰ ਪੱਖੇ ਨਾਲ ਸੱਟ ਲੱਗੀ ਤਾਂ ਤੁਸੀਂ ਕਹੋਗੇ ਜੇ ਪੁਲਿਸ ਵਾਲੇ ਨੇ ਮਾਰੇ ਤਾਂ ਉਹ ਵੀ ਵੀਡੀਓ ਸਾਰਿਆਂ ਦੇ ਸਾਹਮਣੇ ਚੱਲਦੇ ਪਏ। ਮੈਂ ਉਹ ਗੱਲਾਂ 'ਚ ਇਹਦੇ ਲਈ ਨਹੀਂ ਜਾ ਰਿਹਾ ਕਿਉਂਕਿ ਜਾਂਚ ਹੋਣ ਦਿਓ, ਜਾਂਚ ਹੋਣ ਦਿਓ, ਜੋ ਆਰੋਪ ਲੱਗੇ ਨੇ ਉਹਨੂੰ ਸਿੱਧ ਹੋਣ ਦਿਓ। ਉਹ ਸਾਰਾ ਕੰਮ ਪੁਲਿਸ ਦਾ ਹੈ, ਮੈਂ ਤਾਂ ਤੁਸੀਂ ਦਫ਼ਤਰਾਂ 'ਚ ਬਹਿ ਕੇ ਨਹੀਂ ਕਰ ਸਕਦੇ। ਜਿਹੜੇ ਸਾਡੇ ਕਰਨ ਵਾਲੇ ਕੰਮ ਸੀਗੇ ਅਸੀਂ ਉਹ ਸਾਰੇ ਕਰਤੇ ਪੂਰੇ। ਹੁਣ ਜਾਂਚ ਚੱਲ ਰਹੀ ਹੈ, ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਾਂਚ ਪੂਰੀ ਹੋਣ ਦੇ। ਤੁਸੀਂ ਜਾਣਨਾ ਤਾਂ ਵੀ ਹਾਈ ਕੋਰਟ ਜਾਂ ਮੈਜਿਸਟ੍ਰੇਟ ਲੋਅਰ ਕੋਰਟਸ में, हाँ जी, बिल्कुल हाँ। जाओ। ਚਲੋ ਨਾਓ ਵੀ ਕਮ ਟੂ ਬੈਕ ਜਲੰਧਰ ਬਾਈ ਇਲੈਕਸ਼ਨ ਬਾਈ ਪੋਲ। ਥਿੰਗ ਇਜ਼ ਦੈਟ ਕਿ ਲੋਕ ਕਹਿ ਰਹੇ ਆ ਕਿ ਮਨੀਪੁਰ ਉਬਲ ਰਿਹਾ ਹੈ, ਕਰਨਾਟਕ ਦੇ ਵਿੱਚ ਸਰਕਾਰ ਮਸਰੂਫ ਹੈ, ਦਿੱਲੀ ਜੰਤਰ ਮੰਤਰ ਦੇ ਵਿੱਚ ਜੋ ਹੋ ਰਿਹਾ, ਪੰਜਾਬ ਦੇ ਵਿੱਚ ਬੀਜੇਪੀ ਮਸਰੂਫ ਹੈ। ਉਧਰ ਧਿਆਨ ਨਹੀਂ, ਸਿਰਫ ਚੋਣਾਂ ਜਿੱਤਣ ਵੱਲ ਧਿਆਨ ਹੈ। ਕਿ ਸਿਰਫ ਬੀਜੇਪੀ ਦੀ ਪਾਲਿਸੀ ਹੈ ਕਿ ਅਸੀਂ ਸਿਰਫ ਚੋਣਾਂ ਹੀ ਜਿੱਤਣੀਆਂ ਨੇ, ਬਾਕੀ ਕੋਈ ਕੰਮ ਨਹੀਂ ਕਰਨਾ? ਮੈਂ ਓਪੋਜੀਸ਼ਨ ਦਾ ਸਵਾਲ ਪੁੱਛ ਰਿਹਾ। ਜੇ ਅਸੀਂ ਕੰਮ ਕੀਤਾ ਹੈ ਤਾਂ ਹੀ ਚੋਣਾਂ ਜਿੱਤਦੇ ਨੇ। ਉੱਤਰ ਪ੍ਰਦੇਸ਼ ਵਾਪਸ ਜਿੱਤਿਆ, ਉੱਤਰਾਖੰਡ ਵਾਪਸ ਜਿੱਤਿਆ, ਗੋਆ ਤੀਜੀ ਵਾਰੀ ਜਿੱਤਿਆ, ਮਣੀਪੁਰ ਵਾਪਸ ਜਿੱਤਿਆ, ਤ੍ਰਿਪੁਰਾ ਵਾਪਸ ਜਿੱਤਿਆ, ਨਾਗਾਲੈਂਡ ਵਾਪਸ ਜਿੱਤਿਆ, ਮੇਘਾਲਿਆ ਵਾਪਸ ਜਿੱਤਿਆ, ਮਿਜ਼ੋਰਮ ਵਾਪਸ ਜਿੱਤਿਆ, ਅਸਮ ਵਾਪਸ ਜਿੱਤਿਆ ਹੈ ਤੇ ਹੁਣ ਕਰਨਾਟਕ ਵੀ ਵਾਪਸ ਜਿੱਤਾਂਗੇ। ਚੁਣਾਵ ਲੜ ਕੇ ਜਿੱਤਣ ਨਾਲ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਅਸੀਂ ਆਮ ਆਦਮੀ ਪਾਰਟੀ ਵਾਂਗੂ ਨੇ ਕਿ ਝੂਠੇ ਬੋਲ ਬੋਲੇ ਤੇ ਆ ਕੇ ਸੱਤਾ 'ਚ ਬਹਿ ਗਏ, ਫਿਰ ਮੇਵਾ ਖਾਣ ਲੱਗ ਗਏ। ਤੁਸੀਂ ਕਦੇ ਦੇਖਿਆ ਸਾਲ ਦੇ ਅੰਦਰ ਕਿਸੇ ਦੇ 5 ਵਿਧਾਇਕਾਂ ਦੇ ਅਸਤੀਫੇ ਜਾਂ ਉਹਨਾਂ ਦੇ ਭ੍ਰਸ਼ਟਾਚਾਰ ਦੇ ਨੇ ਗੰਭੀਰ ਆਰੋਪ ਲੱਗੇ ਹੋਣ ਤੇ ਬਾਕੀ ਸੱਟੇ ਤੋਂ ਲੈ ਕੇ ਬਾਕੀ ਆਰੋਪ ਲੱਗੇ ਹੋਣ? ਇਹ ਕਿਉਂ? ਇਹ ਕਹਿੰਦੇ ਕੁਛ ਨੇ, ਕਰਦੇ ਕੁਛ ਨੇ। ਜਿਨ੍ਹਾਂ ਦਾ ਆਪਣਾ ਨੇਤਾ ਸ਼ੀਸ਼ ਮਹਿਲ ਬਣਾਈ ਫਿਰਦਾ, 45 ਕਰੋੜ ਰੁਪਇਆ ਅਰਵਿੰਦ ਕੇਜਰੀਵਾਲ ਜੀ ਨੇ ਆਪਣੇ ਘਰ ਨੂੰ ਰੈਨੋਵੇਟ ਕਰਨ ਲਈ ਲਗਾਤਾ। ਪਰਦੇ 3.5 ਕਰੋੜ ਦੇ, ਮਾਰਬਲ 6 ਕਰੋੜ ਦਾ, ਸਵਿਮਿੰਗ ਪੂਲ 8 ਕਰੋੜ ਦਾ, ਦੀਵਾਰਾਂ ਖੜੀ ਕਰਤੀਆਂ 9-9 10-10 ਕਰੋੜ ਦੀਆਂ, 10 ਲੱਖ ਰੁਪਏ ਦਾ ਇੱਕ ਟੀਵੀ ਖਰੀਦਿਆ। ਇਹ ਕਿਹੜੇ ਆਮ ਆਦਮੀ ਨੇ ਆਪਣੇ ਘਰ 'ਚ ਕੋਈ ਕਰੋੜਾਂ ਰੁਪਏ ਦੇ ਪਰਦੇ ਲਗਵਾਏ? ਨਾ ਤੁਹਾਡੇ ਘਰ ਲੱਗੇ ਹੋਣੇ, ਨਾ ਮੇਰੇ ਘਰ ਲੱਗੇ ਹੋਣੇ, ਅਰਵਿੰਦ ਕੇਜਰੀਵਾਲ ਜੀ ਨੇ ਲਗਵਾਏ। ਜਨਤਾ ਦੀ ਗੂੜ ਪੈਸੇ ਦੇ ਨਾਲ ਲਗਵਾਏ। ਇੱਕ ਘਰ ਸੀਗਾ, 4 ਘਰ ਨਾਲ ਦੇ ਖਾਲੀ ਕਰਾ ਕੇ ਵੱਡਾ ਮਹਿਲ ਤਿਆਰ ਕਰ ਲਿਆ, ਸਾਰੇ ਪਲਾਟ ਖਾਲੀ ਕਰਵਾ ਦਿੱਤੇ ਗਏ ਨੇ। ਇਹ ਕਹਿੰਦੇ ਅਸੀਂ ਸਿਕਿਉਰਿਟੀ ਨਹੀਂ ਲੈਣੀ, 2-2 ਰਾਜਾਂ ਦੀ ਸਿਕਿਉਰਿਟੀ ਲੈ ਕੇ ਚੱਲਦੇ ਨੇ। ਭਗਵੰਤ ਮਾਨ ਦਾ ਕਾਫਲਾ 200-200 ਗੱਡੀ ਦਾ ਚੱਲਦਾ ਹੈ। ਇਹ ਲੋਕਾਂ ਨੂੰ ਤਕਲੀਫ ਜ਼ਿਆਦਾ ਦਿੰਦੇ ਨੇ। ਲੋਕੀ ਦੇਖਦੇ ਨੇ ਬਦਲ ਗਏ ਨੇ। ਇਹ ਪਹਿਲੇ ਗੱਡੀਆਂ ਵੱਡੀਆਂ ਗੱਲਾਂ ਕਰਦੇ ਸੀ, ਕਦੇ ਕੋਈ ਬਾਦਲਾਂ ਨੂੰ ਕਰਦਾ ਸੀ, ਕਦੇ ਕੋਈ ਕੈਪਟਨ ਅਮਰਿੰਦਰ ਨੂੰ ਕਰਦਾ ਸੀ, ਤੇ ਹੁਣ ਆਪਣੇ ਦੇਖੋ, ਆਪਣੇ ਉੱਪਰ ਸਵਾਲ ਬੜੇ ਵੱਡੇ ਖੜੇ ਹੋ ਗਏ ਨੇ ਕਿ ਨਸ਼ੇ ਵਾਲਿਆਂ ਨੂੰ ਸੰਰਕਸ਼ਣ ਕੋਈ ਦੇ ਰਹੀ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ। ਜਲੰਧਰ ਦੇ ਵਿੱਚ ਤੇ ਇਹੀ ਨਹੀਂ, ਇਹ ਸ਼ਰਾਬ ਘੁਟਾਲੇ 'ਚ ਵੀ ਇਨਵੋਲਵ ਨੇ। ਇਹਨਾਂ ਦੇ ਦਿੱਲੀ ਦੇ ਉਪ ਮੁੱਖ ਮੰਤਰੀ ਜੇਲ੍ਹ 'ਚ ਨੇ 3 ਮਹੀਨਿਆਂ ਤੋਂ ਸ਼ਰਾਬ ਘੁਟਾਲੇ 'ਚ, ਤੇ ਮੁੱਖ ਆਰੋਪੀ ਤਾਂ ਜੇਲ੍ਹ 'ਚ ਹੈ। ਕਿੰਗ ਪਿਨ ਅਰਵਿੰਦ ਕੇਜਰੀਵਾਲ ਵੀ ਹਾਲੇ ਬਾਹਰ ਨਹੀਂ ਹੈ। ਇਹਨਾਂ ਦੇ ਸਵਾਸਥ ਮੰਤਰੀ ਉੱਥੇ ਸਤਿੰਦਰ ਜੈਨ ਜੇਲ੍ਹ 'ਚ 11 ਮਹੀਨਿਆਂ ਦੇ, ਤੇ ਇਹ ਕਹਿੰਦੇ ਉਹਨੂੰ ਭਾਰਤ ਰਤਨ ਅਵਾਰਡ ਦੇ ਦਿਓ। ਐਡੀ ਬੇਸ਼ਰਮੀ। ਤੇ ਦੂਜਾ ਜਿਹੜੇ ਇੱਥੇ ਨੇ ਮਨੀਸ਼ ਸਿਸੋਦੀਆ, ਉਹਨੂੰ ਕਹਿੰਦੇ ਸ਼ਹੀਦ ਭਗਤ ਸਿੰਘ ਹੈ। ਤੁਸੀਂ ਭ੍ਰਸ਼ਟਾਚਾਰੀ ਨੂੰ ਇੱਕ ਸ਼ਹੀਦ ਭਗਤ ਸਿੰਘ ਦੇ ਨਾਲ ਜੋੜਦੇ ਹੋ। ਅਰਵਿੰਦ ਕੇਜਰੀਵਾਲ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੂਰੇ ਪੰਜਾਬ ਵਾਲਿਆਂ ਤੋਂ। ਬੀਜੇਪੀ ਨੇ ਪੰਜਾਬ ਦੇ ਅੰਦਰ ਇੰਨੀ ਟੌਪ ਲੀਡਰਸ਼ਿਪ, ਅਨੁਰਾਗ ਠਾਕੁਰ ਵਰਗੇ ਵੱਡੇ ਲੀਡਰ, ਧਰਮਿੰਦਰ ਲੀਡਰ ਕਿਉਂ ਲਾਏ? ਕੀ ਲੱਗ ਰਿਹਾ ਪੰਜਾਬ 'ਚ ਕੋਈ ਉਮੀਦ ਲੱਗ ਰਹੀ ਹੈ ਬੀਜੇਪੀ ਨੂੰ? ਤੁਸੀਂ ਕੋਈ ਚੁਣਾਵ ਭਾਰਤੀ ਜਨਤਾ ਪਾਰਟੀ ਦਾ ਦੇਸ਼ ਭਰ 'ਚ ਦੇਖੋ, ਪ੍ਰਧਾਨ ਮੰਤਰੀ ਤੋਂ ਲੈ ਕੇ ਕੋਈ ਵੀ ਮੰਤਰੀ ਹੋਵੇ ਜਾਂ ਕਾਰਜਕਰਤਾ, ਸਭ ਕਾਰਜਕਰਤਾ ਦੇ ਰੂਪ 'ਚ ਪਹਿਲੇ ਕੰਮ ਕਰਦੇ ਨੇ। ਸਾਡੇ ਲਈ ਹਰ ਚੁਣਾਵ ਇੱਕ ਮੌਕਾ ਹੈ ਜਨਤਾ ਦੇ ਵਿੱਚ ਜਾ ਕੇ ਆਪਣੀ ਉਪਲਬਧੀਆਂ ਨੂੰ ਦੱਸਣ ਦਾ। ਇਹ ਕਹਿਣ ਦਾ ਕਿ ਮੋਦੀ ਜੀ ਨੇ 45 ਕਰੋੜ ਬੈਂਕ ਖਾਤੇ ਖੁਲਵਾਤੇ, 9.5 ਕਰੋੜ ਤੋਂ ਜ਼ਿਆਦਾ ਭੈਣਾਂ ਨੂੰ ਮੁਫਤ ਦੇ ਵਿੱਚ ਗੈਸ ਦਾ ਸਿਲੰਡਰ ਦੇ ਦਿੱਤਾ, 200 ਰੁਪਏ ਦੀ ਸਬਸਿਡੀ ਹਰ ਸਿਲੰਡਰ ਤੇ ਹੁਣ ਵੀ ਦੇ ਰਹੇ, 121 ਰੁਪਏ ਰੇਟ ਅਸੀਂ ਸਿਲੰਡਰ ਦਾ ਘਟਾ ਦਿੱਤਾ, 11 ਕਰੋੜ 60 ਲੱਖ ਪਾਣੀ ਦੇ ਕਨੈਕਸ਼ਨ ਅਸੀਂ 3 ਸਾਲਾਂ 'ਚ ਲਗਾਤੇ ਹਰ ਘਰ 'ਚ,
ਜਿਹੜੇ ਕਾਂਗਰਸ 3 ਕਰੋੜ ਨਹੀਂ ਲਗਾ ਪਾਈ 17 ਸਾਲਾਂ 'ਚ। 60 ਕਰੋੜ ਲੋਕਾਂ ਨੂੰ 5 ਲੱਖ ਦਾ ਇਲਾਜ ਆਯੁਸ਼ਮਾਨ ਭਾਰਤ 'ਚ ਮੁਫਤ ਦਿੱਤਾ ਹੈ। ਹਰ ਘਰ ਹਰ ਪਿੰਡ ਤੱਕ ਬਿਜਲੀ ਪਹੁੰਚਾਤੀ ਹੈ। 80 ਕਰੋੜ ਲੋਕਾਂ ਨੂੰ 28 ਮਹੀਨੇ ਤੱਕ ਮੁਫਤ 'ਚ ਅਨਾਜ ਮੋਦੀ ਸਰਕਾਰ ਨੇ ਦਿੱਤਾ ਹੈ, ਕੋਵਿਡ ਦੇ ਟਾਈਮ ਤੇ ਦਿੱਤਾ ਹੈ। ਉਸ ਤੋਂ ਇਲਾਵਾ 220 ਕਰੋੜ ਵੈਕਸੀਨ ਮੁਫਤ 'ਚ ਲਗਾਉਣ ਦਾ ਕੰਮ ਕੀਤਾ ਹੈ। ਪਹਿਲੇ 12 ਕਿਲੋਮੀਟਰ ਸੜਕਾਂ ਨਹੀਂ ਬਣਦੀਆਂ ਸੀ, ਹੁਣ 40 ਕਿਲੋਮੀਟਰ ਨੈਸ਼ਨਲ ਹਾਈਵੇ ਇੱਕ ਦਿਨ 'ਚ ਬਣਦਾ ਹੈ। ਪਹਿਲੇ 2.5 ਕਿਲੋਮੀਟਰ ਰੇਲਵੇ ਲਾਈਨ ਨਹੀਂ ਬਣਦੀ ਸੀ, ਹੁਣ 9 ਕਿਲੋਮੀਟਰ ਇੱਕ ਦਿਨ 'ਚ ਬਣਦੀ ਹੈ। ਇਹ ਬਦਲਦਾ ਦੇਸ਼, ਅੱਗੇ ਵੱਧਦਾ ਦੇਸ਼ ਹੈ। ਅਸੀਂ ਅੰਗਰੇਜ਼ਾਂ ਨੂੰ ਪਿੱਛੇ ਛੱਡ ਕੇ ਦੁਨੀਆ ਦੀ 5ਵੀਂ ਸਾਰਿਆਂ ਨਾਲੋਂ ਵੱਡੀ ਅਰਥ ਵਿਵਸਥਾ ਬਣ ਕੇ ਖੜੇ ਹੋਏ ਹਾਂ। ਠਾਕੁਰ ਸਾਹਿਬ, ਇਫ ਆਈ ਐਮ ਨਾਟ ਰੋਂਗ, ਜਲੰਧਰ ਤੁਹਾਡਾ ਸੈਕੰਡ ਹੋਮ ਟਾਊਨ ਹੈ, ਔਰ ਜੇਕਰ ਜਲੰਧਰ ਦੇ ਲੋਕ ਬੀਜੇਪੀ ਦੇ ਉੱਤੇ ਵਿਸ਼ਵਾਸ ਜਤਾ ਦਿੰਦੇ ਆ, ਕੀ ਬੀਜੇਪੀ ਦੀ ਕੇਂਦਰ ਦੀ ਸਰਕਾਰ ਜਲੰਧਰ ਦੇ ਵਿੱਚੋਂ ਕੋਈ ਮੰਤਰੀ ਲੈ ਕੇ ਜਾਏਗੀ? ਮੈਂ ਇੱਕ ਗੱਲ ਬੜੀ ਸਿੱਧੀ ਕਹਾਂ, ਕਰਤਾਰਪੁਰ ਵਾਲਿਆਂ ਨੇ ਕਿਹਾ ਕਿ ਸਾਡੇ ਇੱਥੇ ਟ੍ਰੇਨਾਂ ਰੋਕੋ, ਅਸੀਂ 2 ਟ੍ਰੇਨਾਂ ਦਾ ਘੱਟ ਤੋਂ ਘੱਟ 15 ਦਿਨਾਂ ਦੇ ਅੰਦਰ ਸ਼ੁਰੂ ਕਰਾ ਦੇਵਾਂਗੇ। ਮੈਂ ਆਪੇ ਜਾ ਕੇ ਗੱਲ ਕਰੂੰਗਾ, ਰਿਕੁਐਸਟ ਕਰੂੰਗਾ ਕਿ 2 ਘੱਟ ਤੋਂ ਘੱਟ ਟ੍ਰੇਨਾਂ ਇੱਥੇ ਰੋਕਣੀ ਸ਼ੁਰੂ ਕਰੋ। ਆਦਮਪੁਰ ਦਾ ਫਲਾਈਓਵਰ ਰਾਜ ਦੀ ਸਰਕਾਰ ਨੇ ਅਸੀਂ ਪੈਸੇ ਦਿੱਤੇ, 500 ਕਰੋੜ ਦੇਣ ਤੋਂ ਬਾਅਦ ਇਸ ਸੜਕ ਤੇ ਕੰਮ ਨਹੀਂ ਕੀਤਾ, ਨਾ ਕਾਂਗਰਸ ਨੇ ਨਾ ਆਮ ਆਦਮੀ ਪਾਰਟੀ ਨੇ। ਜ਼ਮੀਨ ਅਧਿਗ੍ਰਹਿਣ ਕਰਕੇ ਨਹੀਂ ਦੇ ਰਹੇ ਨੇ ਜੀ, ਜਿਹੜਾ ਰਾਜ ਦਾ ਵਿਸ਼ੇ ਹੈ। ਅਸੀਂ ਮੰਤਰੀ ਨਾਲੋਂ ਜ਼ਿਆਦਾ ਕੀ ਹੁੰਦਾ ਇੱਥੇ ਕੰਮ ਕਰਾਉਣ ਦਾ, ਜਿਹੜੇ ਰੁਕੇ ਕੰਮ ਉਹਨਾਂ ਨੂੰ ਅੱਗੇ ਵਧਾਉਂਦਾ। ਜਿਹੜਾ ਸਮਾਰਟ ਸਿਟੀ ਦਾ ਪੈਸਾ ਇਹਨਾਂ ਨੇ ਖਾਦਾ, ਉਹਦੇ ਪੂਰਾ ਜਵਾਬ ਇਹਨਾਂ ਤੋਂ ਲੈ ਕੇ ਦੇਵਾਂਗੇ। ਸਭ ਤੋਂ ਵੱਡੇ ਕਾਡਰ ਵਾਲੀ ਪਾਰਟੀ ਵਰਲਡ ਦੇ ਵਿੱਚ ਬੀਜੇਪੀ ਨੂੰ ਆਪਣਾ ਜਲੰਧਰ ਦੇ ਵਿੱਚ ਕੈਂਡੀਡੇਟ ਕਿਉਂ ਨਹੀਂ ਮਿਲਿਆ? ਉਧਾਰਾ ਕਿਉਂ ਲੈਣਾ ਪਿਆ? ਕੋਈ ਉਦਾਹਰਾ ਨਹੀਂ ਜੀ, ਸਾਡਾ ਸਾਂਝਾ ਉਮੀਦਵਾਰ ਸੀ, ਹੁਣ ਆਪਣਾ ਪੱਕਾ ਉਮੀਦਵਾਰ ਹੈ। ਜਿਨ੍ਹਾਂ ਨਾਲ ਸਾਂਝ ਸੀ, ਕਿ ਉਹ ਸਾਂਝ ਮੁੜ ਜੁੜ ਸਕਦੀ ਹੈ? ਜਿਹੜੀ ਸਾਂਝ ਸੀ ਉਹ ਬੜੇ ਸਾਲਾਂ ਤੱਕ ਅਸੀਂ ਨਿਭਾਈ ਹੈ। ਹੁਣ ਭਾਰਤੀ ਜਨਤਾ ਪਾਰਟੀ ਨੂੰ ਪੂਰਾ ਸਮਰਥਨ ਜਨਤਾ ਖੁੱਲ੍ਹ ਕੇ ਦੇ ਰਹੀ ਹੈ। ਅੱਗੇ ਵਧਾਂਗੇ, ਪੂਰੀ ਤਾਕਤ ਨਾਲ ਵਧਾਂਗੇ ਤੇ ਇਹ ਚੁਣਾਵ ਵੀ ਜਿੱਤਾਂਗੇ ਜਲੰਧਰ ਦਾ, ਤੇ 2027 ਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਾਵਾਂਗੇ। ਤੁਸੀਂ ਕਹਿੰਦੇ ਸੀ ਕਾਂਗਰਸ ਮੁਕਤ ਭਾਰਤ, ਸਥਿਤੀ ਇਹ ਜਾਪਦੀ ਹੈ ਕਿ ਕਾਂਗਰਸ ਯੁਕਤ ਬੀਜੇਪੀ ਬਣਦੀ ਜਾ ਰਹੀ ਹੈ। ਦੇਖੋ, ਕਾਂਗਰਸ ਬਹੁਤ ਪੁਰਾਣੀ ਪਾਰਟੀ ਰਹੀ, ਪਰ ਲੋਕਾਂ ਨੇ ਵੇਖਿਆ ਕਿ ਕੰਮ ਕੌਣ ਕਰਦਾ? ਭਾਰਤੀ ਜਨਤਾ ਪਾਰਟੀ। ਕਾਰਜਕਰਤਾ ਦਾ ਮੁੱਲ ਕਿੱਥੇ? ਭਾਰਤੀ ਜਨਤਾ ਪਾਰਟੀ 'ਚ। ਇਮਾਨਦਾਰ ਕੌਣ ਹੈ? ਭਾਰਤੀ ਜਨਤਾ ਪਾਰਟੀ। ਦੇਸ਼ ਅੱਗੇ ਕੌਣ ਵਧਾ ਰਹੀ? ਭਾਰਤੀ ਜਨਤਾ ਪਾਰਟੀ। ਦੁਨੀਆ ਦਾ ਸਾਰਿਆਂ ਨਾਲੋਂ ਵੱਡਾ ਲੋਕਪ੍ਰਿਯ ਨੇਤਾ ਕਿਹਦੇ 'ਚ? ਭਾਰਤੀ ਜਨਤਾ ਪਾਰਟੀ। ਦੁਨੀਆ ਦਾ ਸਾਰਿਆਂ ਨਾਲੋਂ ਵੱਡਾ ਦਲ ਕੌਣ ਹੈ? ਭਾਰਤੀ ਜਨਤਾ ਪਾਰਟੀ। ਤਾਂ ਇਹ ਤਾਂ ਚੁੰਬਕ ਵਾਂਗੂ ਭਾਰਤੀ ਜਨਤਾ ਪਾਰਟੀ ਹੁਣ ਸਾਰਿਆਂ ਨੂੰ ਆਪਣੇ ਵੱਲ ਖਿੱਚ ਰਹੀ ਹੈ ਤੇ ਲੋਕਾਂ ਨੂੰ ਆਪਣਾ ਆਧਾਰ ਹੋਰ ਵਧਾ ਕੇ ਜਨਤਾ ਵਿੱਚ ਜਾਣ ਦਾ ਕੰਮ ਕਰ ਰਹੀ ਹੈ। ਇੱਕ ਲੋਕ ਤੁਹਾਡੇ ਡਿਟਰਜੈਂਟ ਬਾਰੇ ਪੁੱਛਣਾ ਚਾਹੁੰਦੇ ਆ, ਉਹ ਕਿਹੜਾ ਬ੍ਰਾਂਡ ਹੈ ਕਿ ਜਿਹਦੇ ਵਿੱਚ ਬਾਹਰਲਾ ਕਰਪਟ ਉੱਥੇ ਆ ਕੇ ਸਾਰਾ ਇਹ ਜਿਹੜੀ ਵਿਚਾਰਧਾਰਾ ਹੈ, ਅਸੀਂ ਲੋਕਾਂ ਨੂੰ ਅਕਾਊਂਟੇਬਲ ਕਰਦੇ ਹਾਂ, ਜਵਾਬਦੇਹ ਕਰਦੇ ਹਾਂ। ਇੱਥੇ ਕੋਈ ਵੀ ਆਏਗਾ ਉਹਨੂੰ ਜਨਤਾ ਦੇ ਪ੍ਰਤੀ ਸਮਰਪਿਤ ਤੇ ਦੇਸ਼ ਦੇ ਪ੍ਰਤੀ ਸਮਰਪਿਤ ਰਹਿਣਾ ਪਏਗਾ। ਉਹ ਆਪਣੇ ਆਪ ਤੱਕ ਸੀਮਿਤ ਨਹੀਂ ਰਹਿ ਸਕਦਾ। ਜਿਹੜਾ ਕਾਂਗਰਸ 'ਚ ਹੁੰਦਾ ਸੀ ਉਹਦੇ ਲਈ ਪਰਿਵਾਰ ਪਹਿਲੇ, ਪਾਰਟੀ ਬਾਅਦ 'ਚੋਂ, ਦੇਸ਼ ਅੰਤ 'ਚ। ਭਾਰਤੀ ਜਨਤਾ ਪਾਰਟੀ 'ਚ ਦੇਸ਼ ਪਹਿਲੇ, ਫਿਰ ਪਾਰਟੀ, ਫਿਰ ਅੰਤਮ 'ਚ ਆਪਣਾ। ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਕੀ ਕਮਿਟਮੈਂਟ ਰਹੇਗੀ? ਪੰਜਾਬ ਬਹੁਤ ਲੰਬੇ ਸਾਲਾਂ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਿਹਾ ਹੈ, ਜਿਸ ਤਰੀਕੇ ਦੇ ਨਾਲ ਗੁਆਂਢੀ ਰਾਜਾਂ ਨੂੰ ਦਿੱਤੇ ਗਏ, ਖਾਸ ਕਰਕੇ ਪਹਾੜੀ ਰਾਜਾਂ ਨੂੰ ਦਿੱਤੇ ਗਏ, ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ। ਅਸੀਂ ਪੰਜਾਬ ਲਈ ਏਮਸ ਲੈ ਲਓ, ਪੀਜੀਆਈ ਸੈਟੇਲਾਈਟ ਕੇਂਦਰ ਲੈ ਲਓ, 1000 ਕਰੋੜ ਦੀ ਸੜਕਾਂ ਲੈ ਲਓ, ਵੱਡੇ ਵੱਡੇ ਯੂਨੀਵਰਸਿਟੀਜ਼ ਲੈ ਲਓ, ਸੈਂਟਰਲ ਯੂਨੀਵਰਸਿਟੀ ਤੋਂ ਲੈ ਕੇ ਇਹ ਸਾਰਾ ਖੋਲ੍ਹਣ ਦਾ ਕੰਮ ਕੀਤਾ ਹੈ, ਅੱਗੇ ਵੀ ਕਰਾਂਗੇ। 40,000 ਕਰੋੜ ਰੁਪਏ ਦੇ ਲਗਭਗ ਮੋਦੀ ਜੀ ਨੇ ਪੰਜਾਬ ਲਈ ਦੇਣ ਲਈ, ਪਰ ਪੰਜਾਬ ਦੀ ਸਰਕਾਰ ਨੇ ਕੀ ਕੀਤਾ? ਛੋਟਾ ਮਨ ਦਿਖਾ ਕੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਤੇ ਸਵਾਲ ਖੜੇ ਕਰਤੇ। ਉੱਥੇ ਇਹੋ ਜਿਹੀ ਹਰਕਤ ਕਰਤੀ ਜੋ ਅੱਜ ਤੱਕ ਦੇਸ਼ 'ਚ ਨਹੀਂ ਹੋਈ। ਐਡਾ ਛੋਟਾ ਮਨ, ਇਹੋ ਜਿਹੀ ਰਾਜਨੀਤੀ, ਇਹਨਾਂ ਕਦੇ ਕਿਸੇ ਨੂੰ ਮਨਜ਼ੂਰ ਸੀ ਨਾ ਅੱਗੇ ਮਨਜ਼ੂਰ। ਉਸ ਕਰਕੇ ਪੰਜਾਬ ਵਿਸ਼ੇਸ਼ ਪੈਕੇਜ ਤੋਂ ਵਾਂਝਾ ਰਹਿ ਗਿਆ। ਵਿਸ਼ੇਸ਼ ਪੈਕੇਜ ਕੀ ਹੁੰਦਾ ਹੈ? 40,000 ਕਰੋੜ ਦੇ ਪ੍ਰੋਜੈਕਟ ਤੁਹਾਨੂੰ ਕੀ ਲੱਗਦਾ ਹੈ ਕੀ ਹੁੰਦੇ ਨੇ? ਕੀ ਹੁੰਦਾ ਵਿਸ਼ੇਸ਼ ਪੈਕੇਜ? ਇਹ ਟਰਮਨੋਲੋਜੀ ਘੁਮਾਉਣ ਲਈ ਠੀਕ ਹੈ ਵਿਸ਼ੇਸ਼ ਪੈਕੇਜ। 40,000 ਕਰੋੜ ਰੁਪਏ ਦੇ ਪ੍ਰੋਜੈਕਟ ਪੰਜਾਬ 'ਚ। ਪੰਜਾਬ ਨੂੰ ਦੇਖੋ, ਇੱਕ ਪਾਸੇ ਕਰਤਾਰਪੁਰ ਕੋਰੀਡੋਰ ਕੋਈ ਨਹੀਂ ਖੋਲ੍ਹ ਪਾਇਆ ਸੀ, ਖੋਲ੍ਹਿਆ ਜੀ। ਏਮਸ ਹਸਪਤਾਲ ਤੋਂ ਲੈ ਕੇ ਪੀਜੀਆਈ ਰਿਕਾਰਡ ਸਮੇਂ ਦੇ ਅੰਦਰ ਬਣਾਏ ਨੇ ਜੀ। ਸੜਕਾਂ ਲਈ ਪੂਰਾ ਪੈਸਾ, 4 ਲੇਨ। ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਦਿੱਲੀ 4 ਘੰਟੇ 'ਚ ਪਹੁੰਚ ਜਾਓ। ਤੁਸੀਂ ਕਦੇ ਸੋਚਿਆ ਇਹ ਸੁਪਰ ਐਕਸਪ੍ਰੈਸ ਵੇ ਕੌਣ ਬਣਾ ਰਿਹਾ? ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਰਹੀ ਹੈ। ਮੈਂ ਇਸ ਕਰਕੇ ਇਹਨੂੰ ਤੁਸੀਂ ਸਪੈਸ਼ਲ ਪੈਕੇਜ ਗਿਣੋਗੇ, ਕੀ ਗਿਣੋਗੇ? ਨਹੀਂ, ਤੁਹਾਡੀ ਗੱਲ ਠੀਕ ਹੈ। ਮੈਂ ਆਖਰ ਦੇ ਵਿੱਚ ਇੱਕ ਗੱਲ ਇਸ ਐਂਗਲ ਤੋਂ ਪੁੱਛਣੀ ਚਾਹੁੰਦਾ ਵਿਸ਼ੇਸ਼ ਪੈਕੇਜ ਦੀ। ਸਰ, ਪੰਜਾਬ ਉਹ ਸੂਬਾ ਹੈ ਜਿਹਨੇ ਦੇਸ਼ ਦਾ ਅੰਨ ਭੰਡਾਰਨ ਦੇ ਲਈ ਆਪਣੀ ਧਰਤੀ ਦੇ ਉੱਤੇ ਜ਼ੋਰ ਤੋਂ ਵੱਧ ਭਾਰ ਪਾਇਆ। ਅੱਜ ਨਤੀਜਾ ਇਹ ਹੈ ਕਿ ਜਿਹੜਾ ਪੰਜਾਬ ਦੀ ਧਰਤੀ ਸੋਨਾ ਉਗਲਦੀ ਸੀ, ਅੱਜ ਜ਼ਹਿਰ ਉਗਣ ਲੱਗ ਪਈ ਹੈ, ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਪੈਸਟੀਸਾਈਡਸ ਪੈ ਚੁੱਕੇ ਆ। ਪਾਣੀ ਦੇ ਵਿੱਚ ਬਹੁਤ ਸਾਰਾ ਯੂਰੇਨੀਅਮ ਆ ਗਿਆ, ਜਿਹੜਾ ਕਿ ਹੁਣ ਕੈਂਸਰ ਬਣ ਰਿਹਾ। ਜਿਹੜਾ 5 ਆਬ ਦਰਿਆਵਾਂ ਤੋਂ ਬਣਿਆ
ਇੱਕ ਧਰਤ ਹੋਵੇ ਉੱਥੇ ਕੈਂਸਰ ਪੈਦਾ ਹੋ ਰਿਹਾ ਹੈ, ਜਿੱਥੇ ਸੋਨਾ ਪੈਦਾ ਹੁੰਦਾ ਸੀ। ਇਸ ਕਰਕੇ ਉਥੋਂ ਦਾ ਫਾਰਮਰ ਇੱਕ ਖਾਸ ਉਡੀਕ ਰੱਖਦਾ ਉਸ ਪਾਰਟੀ ਤੋਂ ਜਿਹੜੀ ਇਹ ਕਹਿ ਕੇ ਆਈ ਸੀ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ। ਮੈਂ ਧੰਨਵਾਦ ਹਾਂ ਤੁਸੀਂ ਇਹ ਸਵਾਲ ਪੁੱਛਿਆ ਤੇ ਲੋਕਾਂ ਤੱਕ ਪਹੁੰਚਾਈਓ ਵੀ ਜ਼ਰੂਰ। 2014 ਦੇ ਦਾਮ ਕੱਢੋ, ਮੈਂ ਚਾਹਾਂਗਾ ਸਪੋਕਸਪਰਸਨ ਰੋਜ਼ਾਨਾ ਜ਼ਰੂਰ ਕੱਢੇ। 2014 ਜੋ ਗੇਹੂੰ ਤੇ ਧਾਨ ਦੇ ਦਾਮ ਸੀ ਉਹਦੇ 70% ਇਜ਼ਾਫਾ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤਾ, ਮੋਦੀ ਜੀ ਨੇ ਕੀਤਾ, ਖਰੀਦ ਦੁੱਗਣੀ ਕਰਨ ਦਾ ਕੰਮ ਕੀਤਾ ਹੈ। ਰਿਕਾਰਡ ਬੋਲਦੇ ਨੇ, ਕੋਵਿਡ ਦੇ ਟਾਈਮ ਤੇ ਵੀ ਅਸੀਂ ਪੂਰਾ ਅਨਾਜ ਖਰੀਦਿਆ, ਅੱਜ ਵੀ ਖਰੀਦਣ ਬੈਠੇ ਹਾਂ। ਜਿਹੜਾ ਖਾਦ ਯੂਰੀਆ ਦੇ ਦਾਮ ਦੁਨੀਆ 'ਚ 3 ਗੁਣਾ ਜ਼ਿਆਦਾ ਵੱਧ ਗਏ ਨੇ। ਅਸੀਂ 2.5 ਲੱਖ ਕਰੋੜ ਰੁਪਇਆ ਕੇਵਲ ਡੈਪ ਯੂਰੀਆ ਦੀ ਸਬਸਿਡੀ ਪਿਛਲੇ ਸਾਲ ਦਿੱਤੀ ਹੈ ਤਾਂ ਕਿ ਕਿਸਾਨਾਂ ਤੇ ਬੋਝ ਨਾ ਪਵੇ। ਇਹਦਾ ਮਤਲਬ ਕਿਸਾਨਾਂ ਦਾ ਖਰਚਾ ਵਧਿਆ ਨਹੀਂ, ਘਟਿਆ ਹੈ। ਦੂਸਰੀ ਗੱਲ, ਲਾਗਤ ਪਲੱਸ 50%, ਇਹ ਕਿਸੇ ਨੇ ਅੱਜ ਤੱਕ ਇਨਸ਼ੋਰ ਨਹੀਂ ਕੀਤਾ ਸੀ। ਭਾਰਤੀ ਜਨਤਾ ਪਾਰਟੀ ਨੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕੀਤਾ ਹੈ। ਚੌਥੀ ਗੱਲ, ਕਿਸਾਨਾਂ ਦੇ ਖਾਤੇ 6000 ਰੁਪਇਆ ਹਰ ਸਾਲ ਦਾ ਪਾਉਣ ਦਾ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ। 2,60,000 ਕਰੋੜ ਰੁਪਇਆ ਹੁਣ ਤੱਕ ਕਿਸਾਨਾਂ ਦੇ ਖਾਤੇ 'ਚ ਪਾ ਚੁੱਕੇ ਹੈ। ਇਹਦੇ 'ਚ ਕੋਈ ਸਰਕਾਰ ਅੱਜ ਤੱਕ ਕੁਝ ਨਹੀਂ ਕਰ ਪਾਈ ਜੋ ਅਸੀਂ ਕੀਤਾ ਹੈ। ਹੁਣ ਜਿਹੜਾ ਯੂਰੀਆ ਹੈ, ਤੁਹਾਡਾ 50 ਕਿਲੋ ਦਾ ਬੈਗ ਨਹੀਂ ਲੈਣਾ ਪੈਣਾ, ਇਹ 1 ਲੀਟਰ ਦੀ ਬੋਤਲ 'ਚ ਉਨਾ ਹੀ ਨੈਨੋ ਯੂਰੀਆ ਆ ਜਾਣਾ ਹੈ। ਹੁਣ ਕਿਸਾਨ ਦੀ ਲਾਗਤ ਵੀ ਘੱਟ ਤੇ ਮੁਨਾਫਾ ਵੀ ਜ਼ਿਆਦਾ। ਇਸ ਉਮੀਦ ਨਾਲ, ਇਸ ਸਵਾਲ ਨਾਲ ਇਸ ਇੰਟਰਵਿਊ ਨੂੰ ਇੱਥੇ ਹੀ ਵਿਰਾਮ ਦੇਵਾਂਗਾ ਕਿ ਤੁਹਾਡੇ ਕੋਲ ਸਪੋਰਟਸ ਦਾ ਡਿਪਾਰਟਮੈਂਟ ਹੈ। ਪੰਜਾਬ ਦੀ ਸਪੋਰਟਸ ਨੇ ਕੰਟਰੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇੱਕ ਟਾਈਮ ਸੀ ਹਾਕੀ ਦੇ ਵਿੱਚ ਸਾਰੀ ਪਲੇਇੰਗ ਸੈੱਟ ਪੰਜਾਬ ਦੇ ਮੁੰਡਿਆਂ ਦਾ ਹੁੰਦਾ ਸੀ ਔਰ ਅਸੀਂ ਮੈਡਲ ਵੀ ਜਿੱਤਦੇ ਰਹੇ ਹਾਂ, ਓਲੰਪਿਕਸ 'ਚੋਂ ਵੀ ਤੇ ਵਰਲਡ ਚੈਂਪੀਅਨਸ਼ਿਪ ਦੇ ਵਿੱਚੋਂ। ਕਿ ਤੁਹਾਡੀ ਖਾਸ ਨਜ਼ਰ ਇਨਾਇਤ ਪੰਜਾਬ ਤੇ ਪੰਜਾਬੀ ਦੇ ਉੱਤੇ ਰਹੇਗੀ। ਖੇਡ ਜਿਹੜਾ ਇੱਕ ਰਾਜ ਦਾ ਵਿਸ਼ੇ ਹੈ। ਭਾਰਤ ਸਰਕਾਰ ਨੇ ਆਪਣਾ ਬਜਟ ਬਹੁਤ ਵਧਾਇਆ, 3.5 ਗੁਣਾ ਕੀਤਾ ਹੈ। ਖੇਲੋ ਇੰਡੀਆ ਪ੍ਰੋਗਰਾਮ ਲਈ 3200 ਕਰੋੜ ਅਲੱਗ ਦਿੱਤਾ ਹੈ। ਖੇਲਾਂ ਦੇ ਆਧਾਰਭੂਤ ਢਾਂਚੇ ਲਈ 3100 ਕਰੋੜ ਦਾ ਬਜਟ ਖਰਚ ਕਰ ਰਹੇ ਹਨ। ਪਰ ਤੁਸੀਂ ਉੜੀਸਾ ਵਰਗਾ ਰਾਜ, ਅਸਮ ਵਰਗਾ ਰਾਜ, ਹਰਿਆਣਾ ਵਰਗੇ ਰਾਜ ਦੇਖੋ ਜਿਹੜੇ ਆਪਣੇ ਸੰਸਾਧਨਾਂ ਨਾਲ ਨਵੇਂ ਸਟੇਡੀਅਮ ਵੀ ਬਣਾ ਰਹੇ ਨੇ, ਨਵੀਂ ਅਕੈਡਮੀਆਂ ਵੀ ਬਣਾ ਰਹੇ ਤੇ ਖਿਡਾਰੀਆਂ ਨੂੰ ਨਵੀਂ ਸੁਵਿਧਾ ਵੀ ਦੇ ਰਹੇ। ਪੰਜਾਬ ਕਿਉਂ ਪਿੱਛੇ ਰਹਿ ਰਿਹਾ ਹੈ? ਸਵਾਲ ਇਹ ਖੜਾ ਹੁੰਦਾ ਹੈ, ਪੰਜਾਬ ਸਰਕਾਰ ਕਿ ਖਿਡਾਰੀਆਂ ਦੇ ਨਾਲ ਨਹੀਂ ਹੈ, ਕਿ ਉਹ ਸੁਵਿਧਾਵਾਂ ਨਹੀਂ ਦੇਣਾ ਚਾਹੁੰਦੇ ਨੇ, ਕਿ ਉਹ ਕੋਚਿਸ ਦੀ ਨਿਯੁਕਤੀ ਨਹੀਂ ਕਰ ਰਹੇ ਨੇ। ਇਹ ਆਪੇ ਕਈ ਸਵਾਲ ਖੜੇ ਹੁੰਦੇ ਨੇ ਕਿ ਪੰਜਾਬ ਸਰਕਾਰ ਦਾ ਕਿ ਖਿਡਾਰੀਆਂ ਵੱਲ ਰੁਖ ਨਹੀਂ ਹੈ। ਠਾਕੁਰ ਸਾਹਿਬ, ਤੁਹਾਡਾ ਸਮਾਂ ਬਹੁਤ ਕੀਮਤੀ ਹੈ। ਇੱਕ ਸਵਾਲ ਜਿਹੜਾ ਮੇਰੇ ਰਹਿ ਗਿਆ ਸੀ ਜ਼ਿਹਨ ਦੇ ਵਿੱਚ ਆਇਆ, ਅੱਜ ਸਵਾਲ ਉੱਠ ਰਿਹਾ ਕਿ ਜਦੋਂ ਲੋਕ ਆਪਣੇ ਪੈਰਾਂ ਦੇ ਉੱਤੇ ਹੋ ਗਏ ਹੈ, ਸੋਸ਼ਲ ਮੀਡੀਆ ਦੇ ਯੁੱਗ ਦੇ ਉੱਤੇ ਜਿਹੜੀ ਮਿਨਿਸਟਰੀ ਬ੍ਰੌਡਕਾਸਟ ਹੈ ਉਹ ਸਖਤ ਨਜ਼ਰ ਜਿਹੜੀ ਉਹਨਾਂ ਦੇ ਉੱਤੇ ਰੱਖ ਰਹੀ ਹੈ, ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਇਲਜ਼ਾਮਾਂ ਦਾ ਵੀ ਤੁਹਾਨੂੰ ਕਿਤੇ ਨਾ ਕਿਤੇ ਸਾਹਮਣਾ ਕਰਨਾ ਪੈਂਦਾ ਹੋਵੇਗਾ। ਬਿਲਕੁਲ ਵੀ ਨਹੀਂ। ਭਾਰਤੀ ਜਨਤਾ ਪਾਰਟੀ ਤਾਂ ਕਾਂਗਰਸ ਦੇ ਐਮਰਜੈਂਸੀ ਦੇ ਟਾਈਮ 'ਚ ਭੁਗਤ ਭੋਗੀ ਹੈ। ਅਸੀਂ ਤਾਂ ਫ੍ਰੀ ਸਪੀਚ ਲਈ, ਫਰੀडम ਆਫ ਸਪੀਚ ਲਈ, ਅਭਿਵਿਅਕਤੀ ਦੀ ਆਜ਼ਾਦੀ ਲਈ ਸਦਾ ਹੀ ਖੜੇ ਰਹੇ, ਅੱਜ ਵੀ ਖੜੇ ਰਵਾਂਗੇ। ਸਾਡੇ ਟਾਈਮ ਤੇ 1000 ਚੈਨਲ ਤੇ 1,40,000 ਅਖਬਾਰਾਂ ਛਪਦੀਆਂ ਨੇ, ਹਜ਼ਾਰੋਂ ਆਨਲਾਈਨ ਚੈਨਲ ਚੱਲਦੇ ਨੇ। ਕਿਸੇ ਉੱਪਰ ਕੋਈ ਜ਼ਬਰਦਸਤੀ ਕਾਰਵਾਈ ਨਹੀਂ ਕੀਤੀ ਜਾਂਦੀ। ਜਿਹਦੀ ਕੰਪਲੇਂਟ ਕੋਈ ਰਾਜ ਜਾਂ ਕੋਈ ਵਿਅਕਤੀ ਕਰੇ, ਜਿਹਨੂੰ ਲੱਗੇ ਕਿ ਇਹ ਰਾਸ਼ਟਰ ਵਿਰੋਧੀ ਕੋਈ ਕੰਮ ਕਰ ਰਹੇ ਨੇ, ਉਹਦੀ ਜਦੋਂ ਆਉਂਦੀ ਹੈ ਤੇ ਜਾਂਚ ਕਰਕੇ ਤਾਂ ਉਹ ਕੰਮ ਹੁੰਦਾ ਹੈ। ਸਾਡੀ ਸਰਕਾਰ ਬਿਲਕੁਲ ਖੁੱਲੇ ਦਿਲ ਨਾਲ ਇਸ ਪਲੇਟਫਾਰਮ ਨੂੰ ਹੋਰ ਚਾਹੁੰਦੀ ਕਿ ਹੋਰ ਮਜ਼ਬੂਤ ਹੋਵੇ ਤੇ ਲੋਕੀ ਆਪਣੀ ਜ਼ਿੰਮੇਵਾਰੀ ਸਮਝ ਕੇ ਉਹ ਅੱਗੇ ਵਧਾਉਣ ਦਾ ਕੰਮ ਕਰਨ। ਤੁਹਾਡੀ ਮਸਰੂਫੀਅਤ ਨੂੰ ਦੇਖਦੇ ਹੋਏ, ਜ਼ਿੰਮੇਵਾਰੀ ਨੂੰ ਦੇਖਦੇ ਹੋਏ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਹਾਡਾ ਬਹੁਤ-ਬਹੁਤ ਧੰਨਵਾਦ। ਵੋਟਾਂ ਪਾਓ ਭਾਰਤੀ ਜਨਤਾ ਪਾਰਟੀ ਨੂੰ ਤੇ ਜਿਤਾਓ। ਸੋ ਇਹ ਸਨ ਕੈਪਟਨ ਅਨੁਰਾਗ ਠਾਕੁਰ, ਜਿਹੜੇ ਕਿ ਸਪੋਰਟਸ ਬੈਕਗ੍ਰਾਉਂਡ ਤੋਂ ਆਉਂਦੇ ਆ। ਜਲੰਧਰ ਤੋਂ ਇਹਨਾਂ ਦਾ ਦੂਸਰਾ ਘਰ ਰਿਹਾ ਕਿਉਂਕਿ ਇੱਥੇ ਇਹ ਪੜ੍ਹੇ ਲਿਖੇ ਆ। ਇੱਕ ਮੁੱਖ ਮੰਤਰੀ ਦੇ ਪਰਿਵਾਰ ਤੋਂ ਆਉਂਦੇ ਆ ਔਰ ਇਸ ਵੇਲੇ ਜਿਹੜੇ ਅਹਿਮ ਅਹੁਦਿਆਂ ਦੇ ਉੱਤੇ ਬਣੇ ਹੋਏ ਆ, ਉਸ ਤੋਂ ਰਾਜਾਂ ਨੂੰ, ਲੋਕਾਂ ਨੂੰ ਕਾਫੀ ਉਮੀਦਾਂ ਨੇ, ਜਿਨ੍ਹਾਂ ਨੂੰ ਪੂਰਾ ਕਰਨ ਦਾ ਇਹਨਾਂ ਨੇ ਦਾਅਵਾ ਵੀ ਇਸ ਇੰਟਰਵਿਊ ਦੇ ਵਿੱਚ ਕੀਤਾ। ਇਸ ਇੰਟਰਵਿਊ ਦੇ ਵਿੱਚ ਇੰਨਾ ਹੀ। ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।